बिस्मिल्लाहिर्रहमानिर्रहीम। बेहिते ने ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ ਉਗਣ ਵਾਲੇ ਪਿੰਦੇ ਨੇ ਪਾਰਕ ਸੀਨਾ ਪੱਥਰਾਂ ਦਾ। ਬਾਬਾ ਜੀ ਨਜਮੀ ਜਿਹਨੂੰ ਪੰਜਾਬੀ ਦਾ ਡਾਕਟਰ ਅਲਾਮਾ ਇਕਬਾਲ ਕਿਹਾ ਜਾਂਦਾ, ਉਹਨਾਂ ਨੇ ਕਿਹਾ ਸੀ ਇਹ ਸ਼ੇਰ ਮੈਨੂੰ ਹਸਨ ਮਾਨਕ ਜੀ ਲਈ ਬੜਾ ਫਿੱਟ ਲੱਗਦਾ ਹੈ। ਬੜੀਆਂ ਕੋਸ਼ਿਸ਼ਾਂ ਹੋਈਆਂ ਇਹਨਾਂ ਨੂੰ ਦਬਾਇਆ ਜਾਏ, ਇਹਨਾਂ ਦੀ ਆਵਾਜ਼ ਨੂੰ ਬੰਦ ਕੀਤਾ ਜਾਏ, ਲੇਕਿਨ ਉਹਨਾਂ ਨੇ ਆਪਣੇ ਨਾਨਾ ਜੀ ਕੁਲਦੀਪ ਮਾਨਕ ਦੇ ਵਿਰਸੇ ਨੂੰ ਸਾਂਭਿਆ ਜਿਵੇਂ ਸਾਂਭਣ ਦਾ ਹੱਕ ਹੁੰਦਾ ਹੈ। ਅਸੀਂ ਤੁਹਾਨੂੰ ਜੀ ਨੂੰ ਕਹਿੰਦੇ ਜੀ PhD ਪੰਜਾਬੀ ਸਟੂਡੀਓ ਚ ਹਸਨ ਮਾਨਕ ਜੀ, ਬਹੁਤ ਸੋਹਣਾ ਲੱਗਾ ਤੁਹਾਨੂੰ ਸਾਹਮਣੇ ਦੇਖ ਕੇ। ਸੁਭਾਨ ਅੱਲਾਹ, ਸੋ ਬਹੁਤ ਸੋਹਣੀ ਗੱਲ ਹੈ ਜੀ ਤੁਸੀਂ ਆਪਣੇ ਬੱਚੇ ਨੂੰ ਮੌਕਾ ਦਿੱਤਾ। ਥੈਂਕ ਯੂ ਜੀ। ਸੋ ਮੈਨੂੰ ਉਮੀਦ ਹੈ ਇਸੇ ਤਰ੍ਹਾਂ ਤੁਸੀਂ ਮੇਰਾ ਇਸੇ ਤਰ੍ਹਾਂ ਬਰਕਰਾਰ ਰੱਖੋ। ਇਨਸ਼ਾਅੱਲਾ। ਹੀ ਨਹੀਂ, ਤੁਸੀਂ ਮੁਹੱਬਤ ਡਿਜ਼ਰਵ ਕਰਦੇ ਹੋ, ਤੁਸੀਂ ਮੁਹੱਬਤ ਲੈਣ ਵਾਲੇ ਹੋ। ਤੁਸੀਂ ਉਸ ਖਾਨਦਾਨੀ ਚੋਂ ਜਿਨ੍ਹਾਂ ਨੇ ਪੰਜਾਬੀ ਆਰਟ ਨੂੰ TC ਤੇ ਪੜਾਇਆ। ਉਹਨਾਂ ਨੇ ਪੰਜਾਬੀ ਆਰਟ ਮਾਨਕ ਜੀ ਨੇ ਕਮਾਲ ਦਾ ਰੰਗ ਛੜਿਆ, ਕਮਾਲ ਕਰ ਛੜਿਆ। ਅੱਛਾ ਹਸਨ ਮਾਨਕ ਜੀ, ਪ੍ਰੋਗਰਾਮ ਵੱਲ ਵਧਦੇ ਆ। ਤੁਸੀਂ ਕੁਲਦੀਪ ਮਾਨਕ ਜੀ ਦੇ ਦੋਸਤ, ਉਹ ਕਲੀਆਂ ਦੇ ਬਾਦਸ਼ਾਹ ਉਹਨਾਂ ਨੂੰ ਕਿਹਾ ਜਾਂਦਾ ਹੈ। ਗਾਇਕੀ ਦੇ ਤੁਸੀਂ ਵਾਰਿਸ ਹੋ, ਵਿਰਸੇ ਦੇ ਤੁਸੀਂ ਵਾਰਿਸ ਹੋ, ਤੁਸੀਂ ਉਹਨਾਂ ਦੇ ਦੋਤਰੀ ਹੋ। ਦੋਤਰੀ ਵੀ ਬੱਚਿਆਂ ਹੁੰਦੇ, ਪੁੱਤਰਾਂ ਵਾਕਣ ਹੁੰਦੇ ਨੇ, ਲੇਕਿਨ ਉਹਨਾਂ ਦੇ ਆਪਣਾ ਪੁੱਤਰ ਜਿਹੜਾ ਹੈ, ਆਪਣਾ ਉਹਨਾਂ ਦਾ ਬੇਟਾ, ਉਹ ਉਹਨਾਂ ਦਾ ਵਾਰਿਸ ਕਿਉਂ ਨਾ ਬਣ ਸਕਿਆ, ਉਹਨਾਂ ਦੀ ਥਾਂ ਕਿਉਂ ਨਾ ਲੈ ਸਕਿਆ? ਕਿਉਂਕਿ ਜਿਹੜਾ ਵਕਤ ਹੈ ਜਦੋਂ ਖੁਦਾ ਕਿਸੇ ਬੰਦੇ ਤੇ ਮਾੜਾ ਵਕਤ ਲੈ ਕੇ ਆਉਂਦਾ ਹੈ ਜੀ, ਉਹ ਕਿਸੇ ਨੂੰ ਪੁੱਛ ਕੇ ਨਹੀਂ ਲੈ ਕੇ ਆਉਂਦਾ ਜੀ। ਉਹਨੇ ਆਪਣੀ ਕਾਇਨਾਤ ਬਣਾਈ ਹੈ, ਉਹਨੇ ਹਰ ਬੰਦੇ ਲਈ ਕੋਈ ਨਾ ਕੋਈ ਗੱਲ ਰੱਖੀ ਹੋਈ ਹੈ ਵੀ ਉਹਦਾ ਜਾਂ ਮਾੜਾ ਕਰਨਾ ਜਾਂ ਚੰਗਾ ਕਰਨਾ ਇਹ ਖੁਦਾ ਦੇ ਹੱਥ ਹੈ। ਸੋ ਖੁਦਾ ਨੇ ਇਹ ਸੋਚਿਆ ਵੀ ਹਸਨ ਇਸ ਲਈ, ਮੇਰਾ ਤਾਂ ਨਾਂ ਹੀ ਪਹਿਲਾਂ ਦੇਖੋ ਜੀ 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 ਬਿਲਕੁਲ, ਅਲੀ ਦੇ ਪਰਿਵਾਰ ਚੋਂ, ਵਾਹ ਵਾਹ, ਮੁਹੰਮਦ ਸਾਹਿਬ ਦੇ ਪਰਿਵਾਰ ਚੋਂ ਐਡਾ ਵੱਡਾ ਨਾਂ ਮੈਨੂੰ ਬਖਸ਼ਿਆ ਮੇਰੇ ਪਰਿਵਾਰ ਨੇ, ਇਮਾਮੇ ਹਸਨ, ਇਮਾਮੇ ਹੁਸੈਨ। ਕੀ ਬਾਤ। ਜਿੱਦਾਂ ਮੇਰਾ ਤਾਂ ਮੈਂ ਤਾਂ ਵੈਸੇ ਹੀ ਕਹਿ ਸਕਾਂ ਵੀ ਮੈਂ ਤਾਂ ਉਹਨਾਂ ਦੀ ਖਾਕ ਦੇ ਵੀ, ਜੇ ਮੈਨੂੰ ਖਾਕ ਦੀ ਉਹਨਾਂ ਦੀ ਖੁਸ਼ਬੂ ਮਿਲ ਜੇ ਤਾਂ ਮੈਨੂੰ ਜੰਨਤ ਨਸੀਬ ਹੋ ਜੂ। ਕੀ ਬਾਤ, ਕੀ ਬਾਤ। ਵਾਹ, ਤੁਹਾਡੀ ਜੀ ਮੁਹੱਬਤ ਨੂੰ ਸਲਾਮ ਹੈ। ਕੀ ਬਾਤ ਹੈ ਜੀ। ਹਸਨ ਬਹੁਤ ਖੂਬਸੂਰਤ ਨਾਂ ਹੈ, ਪੰਜਤਨ ਪਾਕ ਦੇ ਵਿੱਚ ਨਾਂ ਹੈ। ਹਾਂਜੀ, ਇਮਾਮ ਹਸਨ ਬਹੁਤ ਬੜੀਆ ਪੰਜਤਨ ਪਾਕ ਦੇ ਵਿੱਚ ਨਾਂ ਹੈ ਬਹੁਤ। ਅੱਛਾ ਹਸਨ ਜੀ, ਮਾਨਕ ਸਾਹਿਬ ਲਈ ਉਹਨਾਂ ਦੀ ਇਹਤਰਾਮ ਲਈ ਮੇਲੇ ਹੁੰਦੇ ਸਨ, ਚੋਟੀ ਦੇ ਆਰਟਿਸਟ ਆਉਂਦੇ ਸਨ, ਆਪਣੇ ਫਨ ਦਾ ਮੁਜ਼ਾਹਰਾ ਕਰਦੇ ਸੀ, ਮਾਨਕ ਸਾਹਿਬ ਨੂੰ ਖਰਾਜੇ ਤਹਿਸੀਨ ਪੇਸ਼ ਕਰਦੇ ਸੀ ਆਪਣੇ ਰੰਗ ਰਾਹੀਂ। ਉੱਥੇ ਤੁਸੀਂ ਲੋਕਾਂ ਵਿੱਚ ਖੜੇ ਹੋ ਗਏ ਥੱਲੇ ਸੁਣਦੇ ਸੀ, ਕਿੱਦਾਂ ਦਾ ਲੱਗਦਾ ਸੀ? ਮੇਰਾ ਉਦੋਂ ਦਿਲ ਟੁੱਟ ਜਾਂਦਾ ਸੀ ਜੀ। ਮੈਂ ਸੋਚਦਾ ਹੁੰਦਾ ਸੀ ਵੀ ਕਿਤੇ ਜੇ ਰੱਬ ਨੇੜੇ ਹੋਵੇ ਤਾਂ ਮੇਰੀ ਫਰਿਆਦ ਸੁਣੇ ਵੀ ਮੈਂ ਕੋਈ ਕਾਮਯਾਬੀ ਲਈ ਜਾਂ ਮੈਂ ਕੋਈ ਆਪਣਾ ਨਾਮ ਕਮਾਉਣ ਦੇ ਲਈ ਨਹੀਂ ਸੀ ਉੱਥੇ ਜਾਂਦਾ। ਮੈਂ ਐਂ ਜਾਂਦਾ ਹੁੰਦਾ ਸੀ ਵੀ ਯਾਰ ਸਟੇਜ ਤੇ ਜੇ ਮੈਂ ਗਾਉਂਗਾ ਤਾਂ ਕੀ ਪਤਾ ਮੇਰੀ ਦੁਆ ਮੇਰੇ ਨਾਨਾ ਜੀ ਤੱਕ ਵੀ ਮੇਰਾ ਖੁਦਾ ਪਹੁੰਚਾਵੇ, ਵੀ ਉਹ ਵੀ ਕਹਿਣ ਵੀ ਹਾਂ ਸਾਡੇ ਪਰਿਵਾਰ 'ਚ ਵੀ ਕੋਈ ਹੈ ਵੀ ਜਿਹੜਾ ਸਾਡੀ ਸੇਵਾ ਕਰ ਸਕਦਾ। ਬਸ ਕਿ ਮੈਨੂੰ ਸ਼ੌਂਕ ਸੀ ਵੀ ਮੈਂ ਉੱਥੇ ਜਾਵਾਂ, ਲੋਕ ਮੈਨੂੰ ਪਿਆਰ ਦੇਣ, ਉਹਨਾਂ ਦੇ ਨਾਂ ਨੂੰ ਲੋਕ ਉੱਤੇ ਲੈ ਕੇ ਜਾਣ ਵੀ ਤੇਰਾ ਬੱਚਾ ਤੇ ਤੇਰੇ ਖੂਨ ਚੋਂ ਹੈ, ਵੀ ਯਾਰ ਇਹ ਵੀ ਤੇਰੀ ਸੋਚ ਨੂੰ ਅੱਗੇ ਲੈ ਕੇ ਜਾਓ। ਕੀ ਬਾਤ, ਕੀ ਬਾਤ, ਕੀ ਬਾਤ ਹੈ। ਅੱਛਾ ਕੁਲਦੀਪ ਮਾਨਕ ਜੀ ਨੇ ਪੰਜਾਬੀ ਗਾਇਕੀ ਨੂੰ ਇੱਕ ਬੜਾ ਨਿਵੇਕਲਾ, ਸੋਹਣਾ, ਸੁਨੱਖਾ ਢੰਗ ਦਿੱਤਾ। ਬਹੁਤ ਬੜੀਆਂ ਰਿਆਸਤਾਂ ਕੀਤੀਆਂ ਉਹਨਾਂ ਨੇ, ਬੜੀਆਂ ਮਿਹਨਤਾਂ ਕੀਤੀਆਂ ਉਹਨਾਂ ਨੇ, ਬੜਾ ਵਰਕ ਕੀਤਾ। ਹਾਂਜੀ ਹਾਂਜੀ, ਤੁਸੀਂ ਇੱਕੋ ਵਾਰੀ ਆਏ ਆ ਕੇ ਛਾ ਗਏ ਹੋ। ਨਹੀਂ, ਇਹ ਤਾਂ ਅੱਲਾ ਦਾ ਕਰਮ ਹੈ। ਇਹ ਤਾਂ ਚਲੋ ਤੁਹਾਡੀ ਵਾਲਦਾ ਦੀ ਦੁਆਵਾਂ ਦੇ ਵਿੱਚ ਉਹਨਾਂ ਦੀ, ਹਾਂ, ਬੀਬੀ ਫਾਤਿਮਾ ਦੀ ਜ਼ਹਰਾ ਬਸ ਦੇਖੋ ਵੀ ਉਹ ਬੀਬੀ ਫਾਤਿਮਾ ਦੀ ਜ਼ਹਰਾ ਦੀ ਉਹਨਾਂ ਦੀ ਦੁਆ ਹੈ ਜੀ। ਉਹ ਸਾਰੇ ਜਹਾਨ ਦੀ ਕੁੱਲ ਆਲਮ ਦੀ ਅੰਮੀ ਹੈ ਤੇ ਉਹਨਾਂ ਨੇ ਮੇਰੀ ਅੰਮੀ ਨੂੰ ਵੀ ਇਸ ਤੌਫੀਕ ਬਖਸ਼ੀ ਹੈ, ਇਸ ਚੀਜ਼ ਨਾਲ ਨਵਾਜ਼ਿਆ ਵੀ ਤੇਰੀ ਕੁੱਖੋਂ ਹਸਨ ਨੇ ਜਨਮ ਲੈਣਾ, ਵੀ ਤੇਰਾ ਨਾਂ ਅੱਗੇ ਜਾਊਗਾ। ਬਹੁਤ ਸੋਹਣਾ। ਅੱਛਾ, ਹਰ ਲਿਖਣ ਵਾਲੇ, ਹਰ ਗਾਣ ਵਾਲੇ ਦੇ, ਹਰ ਮਤਲਬ ਹਰ ਆਰਟਿਸਟ ਦੇ ਤਨਕੀਦ ਕਰਨ ਵਾਲੇ ਹੁੰਦੇ ਨੇ, ਆਲੋਚਕ ਹੁੰਦੇ ਨੇ ਜਿਹੜੇ ਤਨਕੀਦ ਕਰਦੇ ਨੇ। ਤਨਕੀਦ ਬੜਾ, ਕੁਝ ਲੋਕ ਤਨਕੀਦ ਵੀ ਕਰਦੇ ਨੇ। ਅੱਛਾ, ਤੁਹਾਡੇ ਬਾਰੇ ਕਿਹਾ ਜਾਂਦਾ, ਤੁਹਾਡੇ ਬਾਰੇ ਕਿਹਾ ਜਾਂਦਾ ਹੈ ਕਿ ਹਸਨ ਸਾਹਿਬ ਜਿਹੜੇ ਨੇ ਉਹ ਮੇਰੀ ਕਾਪੀ ਪੇਸਟ ਕਰਦੇ ਨੇ, ਕਾਪੀ ਕਰਦੇ ਨੇ ਆਪਣੇ ਨਾਨਾ ਜੀ ਨੂੰ। ਹਾਂਜੀ, ਮੈਂ ਇੱਕ ਗੱਲ ਕਹਿਣਾ ਵੀ ਕੋਈ ਘਰ 'ਚ ਬਜ਼ੁਰਗ ਨਮਾਜ਼ ਪੜ੍ਹ ਰਿਹਾ ਹੈ, ਅੱਲਾ ਦਾ ਨਾਮ ਲੈ ਰਿਹਾ ਹੋ, ਜੇ ਉਹ ਆਪਣੇ ਬੱਚਿਆਂ ਨੂੰ ਉਹ ਚੀਜ਼ ਸਿਖਾਊਗਾ ਤਾਂ ਹੀ ਕੱਲ ਨੂੰ ਖੁਦਾ ਦੇ ਨੇੜੇ ਜਾਣਗੇ। ਵਾਹ ਵਾਹ ਵਾਹ। ਜੇ ਉਹ ਕਹੂਗਾ ਵੀ ਤੁਸੀਂ ਗੈਰ ਧਰਮ ਦੇ ਵਿੱਚ ਜਾਓ ਜਾਂ ਗੈਰ ਮਜ਼ਹਬ ਦੀ ਗੱਲ ਕਰੋ ਤਾਂ ਮੇਰੇ ਹਿਸਾਬ ਨਾਲ ਫਿਰ ਉਹ ਚੀਜ਼ ਸ਼ਰਅ ਤੋਂ ਬਾਹਰ ਹੋ ਜਾਂਦੀ ਹੈ, ਮਰਜ਼ਾਦਾ ਤੋਂ ਬਾਹਰ ਹੋ ਜਾਂਦੀ ਹੈ। ਸਹੀ। ਤੇ ਮੈਂ ਕਾਪੀ ਨਹੀਂ ਕਰਦਾ, ਮੈਨੂੰ ਖੂਨ 'ਚ ਇਹ ਚੀਜ਼ ਅੱਲਾ ਨੇ ਬਖਸ਼ੀ ਹੈ। ਮੈਂ ਕਾਪੀ ਤਾਂ ਮੈਂ ਤਾਂ ਕਰਾਂ ਨਾ ਵੀ ਜੇ ਮੈਂ ਕੋਈ ਬਗਾਨੇ ਕਿਸੇ
ਕਮਿਊਨਿਟੀ ਦਾ ਹੋਵਾਂ ਜਾਂ ਬਗਾਨੇ ਕਿਸੇ ਘਰ ਚੋਂ ਹੋਵਾਂ, ਮੈਂ ਤਾਂ ਉਹਨਾਂ ਦੀ ਭਤੀਜੀ ਦਾ ਬੇਟਾ। ਹਾਂ ਬਿਲਕੁਲ ਬਿਲकुल ਸਾਰੇ ਨਾਨਾ ਜੀ ਨੇ ਬਿਲकुल ਜੀ। ਨਾਨੀ ਦਾ ਤੇ ਦੋਤਰੇ ਦਾ ਬੜਾ ਪਿਆਰਾ ਰਿਸ਼ਤਾ ਹੁੰਦਾ ਹੈ। ਬਹੁਤ ਸਾਰੀ ਗੱਲ ਕੀਤੀ ਤੁਸੀਂ ਨੇ। ਹਾਂਜੀ ਜੇ ਮੈਂ ਇਹ ਕਹਾਂ ਜੇ ਤੁਸੀਂ ਕਾਪੀ ਕਰ ਵੀ ਲਵੋ ਨਾ ਤੇ ਕੋਈ ਹਰਜ ਜਾਂ ਕੋਈ ਮਾੜੀ ਗੱਲ ਨਹੀਂ। ਜੇ ਆਪਣੀ ਨਾਨਾ ਜੀ ਨੂੰ ਕਾਪੀ ਕਰਨਾ ਹੈ ਤੁਸੀਂ ਗੈਰ ਨੂੰ ਥੋੜਾ ਕਾਪੀ ਕਰਨਾ ਹੈ। ਤੇ ਬਲਕਿ ਜੀ ਤੁਸੀਂ ਕਹੋ ਮੈਂ ਕਾਪੀ ਕਰਨਾ ਵਾ ਤੇ ਮੈਂ ਉਹਨਾਂ ਤੇ ਜਿਹੜਾ ਇੱਕ ਫਨ ਉਹਨੂੰ ਅਗਾਂਹ ਤੋੜ ਰਿਹਾ ਵਾ, ਇਹ ਕੋਈ ਮਾੜੀ ਗੱਲ ਨਹੀਂ। ਲੇਕਿਨ ਲੋਕ ਕਹਿੰਦੇ ਨੇ ਕਿ ਜਿਹਨੂੰ ਗੋਡ ਗਿਫਟ ਕਹਿੰਦੇ ਆ। ਹਾਂਜੀ ਹਾਂਜੀ। ਮੈਂ ਕੱਲਾ ਨਹੀਂ ਉਹਨਾਂ ਨੂੰ ਗਾਉਂਦਾ, ਲੱਖਾਂ ਦੁਨੀਆ ਗਾਉਂਦੀ ਹੈ, ਲੋਕ ਗਾਉਂਦੇ ਰਹਿਣ। ਮੈਂ ਤਾਂ ਕਹਿਣਾ ਅੱਛਾ ਜਿਹਦੇ ਚ ਕੋਈ ਗੱਲਬਾਤ, ਤੁਸੀਂ ਗੱਲ ਕਰੋ, ਜਿਹਦੇ ਚ ਕੋਈ ਗੱਲਬਾਤ ਹੋਊਗੀ ਉਹਨੂੰ, ਜਿਹਦੇ ਚ ਕੋਈ ਗੱਲਬਾਤ ਹੋਊਗੀ ਉਹਨੂੰ ਹੀ ਲੋਕ ਯਾਦ ਕਰਨਗੇ। ਸਹੀ ਸਹੀ ਸਹੀ। ਅੱਛਾ ਤੁਹਾਡਾ ਨਾ ਮੈਂ ਤੁਹਾਡੇ ਇੰਟਰਵਿਊ ਬੜੀ ਦੇਖੀਆਂ ਮੁਖਤਲਿਫ ਚੈਨਲ ਤੇ, ਤੁਸੀਂ ਬੜੇ ਫੇਮਸ ਹੋ। ਅੱਜ ਦੀ ਗੱਲ ਕਰੀਏ ਤੇ ਬਹੁਤ ਫੇਮਸ ਤੁਸੀਂ ਬੜੇ ਚੈਨਲਾਂ ਤੇ ਆ ਰਹੇ ਹੋ। ਤੁਸੀਂ ਬੜੇ ਅਗਰੈਸਿਵ ਜਿਹੇ ਹੋ, ਬੜੇ ਮਤਲਬ ਜਾਰਹਾਨਾ ਜਿਹਾ ਹੈ, ਬੜੀ ਡਾਢੀ ਗੱਲ ਮੂੰਹ ਤੇ ਕਰ ਦੇਣ ਵਾਲੇ। ਇਹ ਆਦਤ ਕਿੱਥੋਂ ਪਈ ਤੁਹਾਨੂੰ? ਇਹ ਮੈਨੂੰ ਪੈਦਾਇਸ਼ੀ ਗਾਉਣਾ ਮੇਰੇ ਚ। ਅੱਛਾ। ਕਿਉਂਕਿ ਜ਼ਰੂਰੀ ਨਹੀਂ ਵੀ ਜਿਹਦੀ ਸਿਹਤ ਚੰਗੀ ਆ ਵੀ ਉਹੀ ਕੋਈ ਗੱਲ ਕਰ ਸਕਦਾ। ਸਹੀ ਸਹੀ। ਮਾੜੀ ਸਿਹਤ ਵਾਲਾ ਬੰਦਾ ਵੀ ਆਪਣੇ ਦਿਲ ਦੀ ਭਾਵਨਾ ਲੋਕਾਂ ਸਾਹਮਣੇ ਰੱਖ ਸਕਦਾ। ਇਹ ਤੁਸੀਂ ਬੜਾ ਸੋਹਣਾ ਬੋਲਦੇ ਜੀ। ਇਹ ਸੁਭਾਅ ਚੰਗਾ ਲੱਗਦਾ। ਪੰਜਾਬੀਆਂ ਦਾ ਇਹ ਸੁਭਾਅ ਹੁੰਦਾ ਵਾ ਜਿਹੜਾ ਹੱਕ ਸੱਚ ਤੇ ਖਲੋਤਾ ਹੋਵੇ ਨਾ, ਉਹ ਜੀ ਗੱਲ ਕਰਦੇ ਕਿ ਮੈਂ ਕਿ ਅੰਦਰ ਸੱਚ ਤੇ ਬਾਹਰ ਖਲੋ ਕੇ ਨੱਚ। ਤੁਸੀਂ ਰੇਡੀਓ ਸੂਰਤ ਹਾਲ ਹੈ, ਤੁਸੀਂ ਬਿਲਕੁਲ ਸੱਚੇ ਹੋ, ਆਪਣੀ ਥਾਂ ਤੇ ਖਲੋਤੇ ਹੋ। ਅੱਛਾ ਇੱਕ ਨਿੱਜੀ ਜਿਹਾ ਸਵਾਲ ਹੈ, ਮਾਮੇ ਭਾਣਜੇ ਦਾ ਤਾਲੁਕ ਕਿਸ ਤਰ੍ਹਾਂ ਦਾ? ਮਾਮੇ ਭਾਣਜੇ ਦਾ ਤਾਲੁਕ ਯਾਰੀ ਦੋਸਤੀ ਵਾਲਾ। ਸਹੀ। ਮੁਹੱਬਤ ਹੈ, ਪਾਕ ਮੁਹੱਬਤ ਹੈ, ਕੋਈ ਦਿਲ ਚ ਇੱਕ ਦੂਜੇ ਲਈ ਬੇਈਮਾਨੀ ਨਹੀਂ, ਹੱਸੀ ਦਾ ਖੇਡੀ ਦਾ। ਵਾਹ ਬਹੁਤ ਵਧੀਆ। ਉੱਥੇ ਫਿਰ ਕੰਮ ਸੈਟ। ਸਹੀ 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 ਸਹੀ। ਲੇਕਿਨ ਕੁਝ ਲੋਕ ਕੋਸ਼ਿਸ਼ ਕਰ ਰਹੇ ਆ ਵੀ ਇਹ ਜਿਹੜਾ ਨਾ ਵੀ ਤਾਲੁਕ ਜਿਹੜਾ ਵਾ ਇਹਨੂੰ, ਕਿਉਂਕਿ ਅਸਲ ਤੁਸੀਂ ਆਰਟ ਜਿਹੜਾ ਸੰਭਾਲਿਆ, ਵਿਰਸਾ ਸੰਭਾਲਿਆ ਵਾ, ਇਹ ਕਿਸੇ ਨਾ ਕਿਸੇ ਦੇ ਸਾਹਮਣੇ ਸੀ। ਕੁਲਦੀਪ ਮਾਨਕ ਜੀ ਨੇ ਜਿਹੜਾ ਕੰਮ ਕੀਤਾ ਉਹ ਕਿਸੇ ਨਾ ਕਿਸੇ ਨਾਲ ਟੱਬਰ ਵਿੱਚ ਸਾਂਭਣਾ ਸੀ। ਤੁਸੀਂ ਉਹਨਾਂ ਟੱਬਰ ਵਿੱਚ ਜੀਓ, ਤੁਸੀਂ ਸਾਂਭ ਲਿਆ ਤੇ ਕੋਈ ਮਾੜੀ ਗੱਲ ਨਹੀਂ, ਬਹੁਤ ਅੱਛੀ ਗੱਲ ਹੈ, ਬੜਾ ਬਹੁਤ ਸੋਹਣਾ। ਅੱਛਾ ਇੱਕ ਹੋਰ ਮੇਰੇ ਆ ਰਹੀ ਸੀ ਜਿਨ੍ਹਾਂ ਨੂੰ ਤੁਹਾਡੇ ਨਾਲ ਪ੍ਰੋਬਲਮ ਹੈ, ਤੁਸੀਂ ਉਹਨਾਂ ਨੂੰ ਕਹਿੰਦੇ ਕਿਉਂ ਨਹੀਂ ਆਓ ਯਾਰ ਮੈਕ ਜੋੜੋ ਮੇਰੇ ਨਾਲ, ਮੈਂ ਗਾਇਕ, ਮੈਂ ਕਿਹਾ ਬਦੂਕ ਚੁੱਕੀ ਫਿਰਨਾ, ਮੈਂ ਕਿਹਾ ਮੈਕ ਜੋੜ ਕੇ ਗੱਲ ਕਰ ਲਓ, ਕਿਉਂਕਿ ਤੁਹਾਡੀ ਆਵਾਜ਼ ਅਸੀਂ ਸੁਣੀ ਆ, ਸਾਡੇ ਲੰਡੇ ਪੰਜਾਬ ਵਿੱਚ ਬੜੇ ਲੋਕ ਸੁਣਦੇ ਨੇ, ਇਹ ਚੀਜ਼ਾਂ ਦੇਖਦੇ ਨੇ, ਤੁਸੀਂ ਬੜੇ ਸੋਹਣੇ ਆਰਟਿਸਟ ਹੋ, ਧਰਤੀ ਨਾਲ ਜੁੜੇ ਹੋ। ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਮੈਂ ਇੱਕ ਗੱਲ ਹੁੰਦੀ ਹੈ ਜੀ। ਜੀ ਮੈਂ ਜਨਾਬ ਕਹਿਤਾ, ਮੈਂ ਪਤਾ ਕੀ ਗੱਲ ਹੈ ਜਨਾਬ, ਜੇ ਆਪਾਂ ਕਾਣੇ ਨੂੰ ਕਾਣਾ ਕਹਾਂਗੇ ਫਿਰ ਉਹ ਗੁਸਤਾਖੀ ਹੋ ਜਾਂਦੀ ਹੈ। ਅੱਛਾ ਜੀ। ਜੇ ਉਹਨੂੰ ਆਪਾਂ ਕਹਾਂਗੇ ਤੇਰੀ ਅੱਖ ਖਰਾਬ ਆ, ਫਿਰ ਉਹ ਆਪ ਫਿਰ ਪਿੱਛੇ ਹਟ ਜਾਂਦਾ ਵੀ ਯਾਰ ਇਹ ਮੈਨੂੰ ਕਿਤੇ ਕਾਣਾ ਨਾ ਕਹਿ ਦੇਵੇ, ਇਹਨੇ ਮੈਨੂੰ ਸਮਝਾ ਤਾਂ ਦਿੱਤੇ ਵੀ ਤੇਰੀ ਅੱਖ ਖਰਾਬ ਹੈ। ਹਾਂਜੀ ਹਾਂਜੀ ਬਹੁਤ ਸਹੀ ਹੈ, ਇਹ ਵੀ ਗੱਲ ਬੜੀ ਸੋਹਣੇ ਲਫ਼ਜ਼ਾਂ ਸੋਹਣੀ ਗੱਲ ਕੀਤੀ। ਅੱਛਾ ਤੁਹਾਡੇ ਪਿੰਡ ਮੈਂ ਚੈਨਲ ਦੇਖਣਾ ਵਾ ਡੇਲੀ ਪੋਸਟ ਤੇ, ਬਾਕੀ ਜਿਹੜੇ ਸਰਕਾਰੀ ਚੈਨਲ ਆ ਜਾਂ ਬਾਕੀ ਚੈਨਲ ਤੇ ਤੁਸੀਂ ਆ ਰਹੇ ਜੇ, ਤੁਹਾਡੇ ਪਿੰਡ ਰੋਜ਼ ਮੀਡੀਆ ਵਾਲੀ ਗੱਡੀਆਂ ਹੁੰਦੀਆਂ, ਹਰ ਰੋਜ਼ ਹੁੰਦੀਆਂ ਹੋਣੀਆਂ, ਤੇ ਸਾਡੇ ਨਾਲ ਸਾਡੀ ਬੜੀ ਭਾਗ ਆ ਵੀ ਤੁਸੀਂ ਸਾਡੇ ਨਾਲ ਵੀਡੀਓ ਲਈ ਤੇ ਗੱਲ ਕਰ ਰਹੇ ਜੀ, ਤੇ ਅਸੀਂ ਬੜੇ ਖੁਸ਼ਕਿਸਮਤ ਆ। ਸ਼ੁਕਰ ਅੱਲਾਹ ਦਾ। ਪਿੰਡ ਵਾਲੇ ਕਿੰਨਾ ਮਹਿਸੂਸ ਕਰਦੇ ਆ, ਕਿੰਨਾ ਕੁ ਫਖਰ ਮਹਿਸੂਸ ਕਰਦੇ ਆ ਤੁਹਾਡੀ ਜ਼ਾਤ ਨੂੰ ਲੈ ਕੇ? ਪਿੰਡ ਦੇ ਇੰਨਾ ਫਖਰ ਮਹਿਸੂਸ ਕਰ ਰਹੇ ਆ ਵੀ ਮੈਨੂੰ ਅੱਜ ਇਹ ਚੀਜ਼ ਲੱਗ ਰਹੀ ਹੈ ਵੀ ਜਿਵੇਂ ਜਾਂ ਕਹਿ ਦਈਏ ਵੀ ਹਿੰਦੁਸਤਾਨ ਤੇ ਪਾਕਿਸਤਾਨ 'ਚ ਕੋਈ ਫਰਕ ਨਹੀਂ ਹੈ। ਸਹੀ। ਆਲਮ ਲੋਹਾਰ ਤੇ ਅਫਸ਼ਾਂ ਜੀ 'ਚ ਜਾਂ ਕਹਿ ਦਈਏ ਨੂਰ ਜਹਾਂ ਜੀ 'ਚ ਜਾਂ ਸੁਖਵੰਤ ਸੁਖੀ ਜਾਂ ਕੁਲਦੀਪ ਮਾਨਕ 'ਚ ਕੋਈ ਫਰਕ ਨਹੀਂ। ਵਾਹ ਵਾਹ ਵਾਹ। ਨਨਕਾਣਾ ਸਾਹਿਬ 'ਚ ਜਾਂ ਮੁਹੰਮਦ ਸਾਹਿਬ ਦੀ ਦਰਗਾਹ ਦੇ ਵਿੱਚ ਕੋਈ ਅੱਜ ਫਰਕ ਨਹੀਂ ਹੈ, ਕਿਉਂਕਿ ਲੋਕ ਉੱਥੇ ਵੀ ਨਤਮਸਤਕ ਹੁੰਦੇ ਆ, ਦੁਆ ਬੰਦਗੀ ਪੜ੍ਹਦੇ ਆ, ਆਪਣਾ ਨਜ਼ਰੀਆ। ਮੈਂ ਕਹਿੰਦਾ ਵੀ ਜਿਵੇਂ ਮੇਰਾ ਤੁਹਾਡੇ ਨਾਲ ਅੱਜ ਪਿਆਰ ਆਪਣਾ ਰਾਬਤਾ ਸਾਂਝਾ ਹੋ ਗਿਆ, ਸਾਰੇ ਲੋਕ ਏਦਾਂ ਹੀ ਉਹਦੇ ਪਿਆਰ ਮੁਹੱਬਤ ਦੀ ਗੱਲ। ਆਲਮ ਲੋਹਾਰ ਸਾਹਿਬ ਨੇ, ਹਾਂਜੀ ਆਲਮ ਲੋਹਾਰ ਸਾਹਿਬ ਬਹੁਤ ਉਸਤਾਦ ਲੋਕਾਂ 'ਚ ਆਉਂਦੇ ਆ। ਸੋ ਮਾਨਕ ਸਾਹਿਬ ਮੇਰੀ ਉਮਰ ਦੇ ਸੀ ਜਦੋਂ ਉਹਨਾਂ ਨੂੰ ਕੈਨੇਡਾ ਮਿਲੇ ਸੀ ਪਹਿਲੀ ਵਾਰੀ। ਸਹੀ। ਤੇ ਫਿਰ ਇਹਨਾਂ ਨੇ ਇੱਕ ਦੂਜੇ ਨਾਲ ਗਾਇਆ, ਬੜੀ ਮੁਹੱਬਤ, ਉਹਨਾਂ ਨੇ ਆਸ਼ੀਰਵਾਦ ਦਿੱਤਾ ਵੀ ਮਾਨਕ ਸਾਹਿਬ ਕਿਹਾ, ਫਿਰ ਮਾਨਕ ਸਾਹਿਬ ਬਣਾਤੇ ਉਹਨਾਂ ਨੇ ਆਸ਼ੀਰਵਾਦ ਦੇ ਕੇ। ਮੈਨੂੰ ਉਮੀਦ ਹੈ ਵੀ ਪਾਕਿਸਤਾਨ ਦੇ ਜਿੰਨੇ ਵੀ ਮੇਰੇ ਭਾਈਚਾਰਾ ਜਿਨ੍ਹਾਂ ਮੈਨੂੰ ਪਿਆਰ ਕਰਨ ਵਾਲੇ ਆ, ਸੋ ਅੱਲਾਹ ਨੂੰ ਮੰਨਣ ਵਾਲੇ ਆ, ਅੱਲਾਹ ਦੀ ਜਾਤ ਹੈ, ਸੋ ਸਾਰੇ ਮੈਨੂੰ ਦੁਆ ਮੇਰੇ ਲਈ ਪੜਨਗੇ। ਬਿਲਕੁਲ ਬਿਲਕੁਲ, ਕਿਉਂ ਨਹੀਂ ਜੀ, ਤੁਸੀਂ ਬਹੁਤ ਆਪਣਾ ਵਿਰਸਾ ਸਾਂਭਿਆ, ਪੰਜਾਬੀ ਆਰਟ ਦਾ ਵਿਰਸਾ ਸਾਂਭਿਆ। ਆਰਟਿਸਟ ਜਿਹੜਾ ਹੁੰਦਾ ਵਾ ਉਹ ਬੜਾ ਇੱਜ਼ਤਾਂ ਵਾਲਾ ਹੁੰਦਾ, ਉਹਦਾ ਬਹੁਤ ਬੜਾ ਮੁਕਾਮ ਆ, ਕਿਉਂ ਜੋ ਧਰਤੀ ਨਾਲ ਪੂਰੇ ਆਪਣੇ ਵਜ਼ਨ ਨਾਲ ਖਲੋਤਾ ਹੁੰਦਾ, ਧਰਤੀ ਨਾਲ ਉਹਦੇ ਪੈਰ ਜੁੜੇ ਹੁੰਦੇ ਆ। ਅੱਛਾ ਕੁਲਦੀਪ ਮਾਨਕ ਜੀ ਦੀ ਕਾਰ ਤਾਂ ਕਦੀ ਪੂਰੀ ਨਹੀਂ ਹੋ ਸਕਦੀ। ਜਦੋਂ ਤੁਹਾਨੂੰ ਵੇਖਿਆ ਸਾਡੇ ਵਿਚਾਰ ਬਦਲ ਗਏ। ਅਸੀਂ ਪਹਿਲੇ ਸੋਚਦੇ ਸਾਂ ਕੁਲਦੀਪ ਮਾਨਕ ਜੀ ਤੋਂ ਬਾਅਦ ਵੇਲੇ ਤੁਹਾਨੂੰ ਦੇਖਿਆ ਸਾਡੇ ਵਿਚਾਰ ਬਦਲ ਗਏ,
ਤੁਸੀਂ ਕੀ ਸਮਝਦੇ ਹੋ ਤੁਹਾਡੀਆਂ ਕੋਸ਼ਿਸ਼ਾਂ ਪਰ ਕਮੀ ਪੂਰੀ ਹੋ ਜਾਏਗੀ ਉਹਨਾਂ ਦੀ? ਕਮੀ ਤਾਂ ਏਦਾਂ ਜੀ, ਮੈਂ ਇਹ ਚੀਜ਼ ਕਹਿਣਾ ਜੀ ਜੀ ਵੀ ਜੇ ਆਪਾਂ ਜਿਹੜੇ ਇੱਕ ਜਿਹੜੀਆਂ ਹੁੰਦੀਆਂ ਸਰਕਾਰਾਂ ਹੁੰਦੀਆਂ, ਜੀ ਜੀ ਗਵਰਨਮੈਂਟਾਂ ਹੁੰਦੀਆਂ, ਉਹ ਚੀਜ਼ ਹੋਰ ਹੁੰਦੀ ਹੈ। ਜਿਹੜੇ ਆਪਾਂ ਲੋਕ ਹੈ, ਜੀ ਜੀ ਆਪਾਂ ਜੇ ਜੁੜੇ ਰਹੀਏ ਜੀ ਜੀ ਤਾਂ ਕੋਈ ਕਿਤੋਂ ਦੀ ਕੋਈ ਸਰਕਾਰ ਨਹੀਂ ਅੱਡ ਹੋ ਸਕਦੀ, ਕੋਈ ਦੇਸ਼ ਨਹੀਂ ਅੱਡ ਹੋ ਸਕਦਾ। ਠੀਕ ਹੈ, ਹੁਣ ਕੀ ਪਤਾ ਮੇਰੇ ਕਰਕੇ ਵੀ ਮੈਨੂੰ ਤੁਸੀਂ ਆਉਣ ਦਾ ਮੌਕਾ ਹੀ ਦੇ ਦੋ ਵੀ ਭਾਈ ਪਾਕਿਸਤਾਨ ਆਵੇ, ਸਾਡਾ ਬੱਚਾ ਹੈ, ਕੋਈ ਸਾਨੂੰ ਫਰਕ ਹੀ ਨਹੀਂ ਲੱਗਦਾ। ਜੀ 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 ਹਨਾ, ਪਿਆਰ ਮੁਹੱਬਤ ਦੀ ਗੱਲ ਹੈ। ਅੱਲਾ ਰਹਿਮਤ ਕਰੇ ਇਸ ਗੱਲ ਦੀ। ਬਿਲਕੁਲ ਪਿਆਰ ਮੁਹੱਬਤ ਦੀ ਗੱਲ ਹੈ ਨਾ ਜੀ, ਬਸ ਇਹ ਮੁਹੱਬਤਾਂ ਹੋਣੀਆਂ ਚਾਹੀਦੀਆਂ। ਅੱਲਾ ਪਿਆਰ ਵਧਾਵੇ। ਹਾਂਜੀ ਬਿਲਕੁਲ, ਪਿਆਰ ਦੋਨਾਂ ਦਾ ਆਪਣਾ ਵਧਾ। ਸਰਹੱਦਾਂ ਹਮੇਸ਼ਾ ਕਾਇਮ ਰਹਿਣ ਕਿਆਮਤ ਤਾਈਂ, ਲੇਕਿਨ ਦਿਲ ਸਰਹੱਦ ਨਾ ਹੋਵੇ, ਦਿਲ ਵਿੱਚ ਸਰਹੱਦ ਨਹੀਂ ਹੋਣੀ ਚਾਹੀਦੀ। ਹਾਂ, ਇਹ ਜੋ ਦਿਲ ਵਿੱਚ ਸਰਹੱਦ ਹੁੰਦੀ ਹੈ ਉਹ ਨੁਕਸਾਨ ਦਿੰਦੀ ਹੈ। ਦੂਸਰਾ ਇਹ ਹੈ ਕਿ ਹਰ ਤਰ੍ਹਾਂ ਦੇ ਵਿਚਕਾਰ ਕੰਧ ਹੁੰਦੀ ਆ, ਜੇ ਕੰਧ ਹਟਾ ਜਾਈਏ ਤੇ ਕੋਈ ਦੁਨੀਆ ਤੇ ਘਰ ਹੀ ਨਾ ਬਚੇ। ਤੇ ਸਾਡਾ ਮੁਲਕ ਇੱਕ ਸੰਜਾਨ ਆ, ਬਹੁਤ ਸੋਹਣੀ ਗੱਲ ਪਤਾ ਵੀ ਹੁਣ। ਹਾਂਜੀ ਆਹ ਕੀ ਬਾਤ, ਮੈਨੂੰ ਪਤਾ ਕੰਧ ਰਹਿਣੀ ਨਹੀਂ ਕੋਈ। ਹਾਂਜੀ ਹਾਂਜੀ, ਬਸ ਇਹ ਮੁਹੱਬਤ ਦੀ ਜੋ ਦਿਲ ਵਿੱਚ ਕੰਧ ਹੈ ਨਾ, ਇਹ ਨਹੀਂ ਹੋਣੀ ਚਾਹੀਦੀ। ਅੱਛਾ, ਤੁਸੀਂ ਸਾਡੇ ਲਹਿੰਦੇ ਪੰਜਾਬ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੂੰਗਾ ਵੀ ਆਪਾਂ ਨੂੰ ਖੁਦਾ ਨੇ ਬਣਾਇਆ, ਠੀਕ ਹੈ, ਤੇ ਆਪਾਂ ਜੇ ਉਸ ਖੁਦਾ ਦੀ ਕਾਇਨਾਤ ਨੂੰ ਪਿਆਰ ਕਰਾਂਗੇ, ਕਿਉਂਕਿ ਇਹ ਇੱਕ ਘਰ ਹੁੰਦਾ, ਜਿਵੇਂ ਆਪਾਂ ਆਪਣੇ ਘਰ 'ਚ ਸਾਰੇ ਜੀਆਂ ਨੂੰ ਇੱਕ ਦੂਜੇ ਨੂੰ ਪਿਆਰ ਕਰਦੇ ਆਂ, ਫਿਰ ਘਰ ਤੋਂ ਬਾਅਦ 'ਚ ਪਿੰਡ ਆ ਜਾਂਦਾ, ਪਿੰਡ ਤੋਂ ਬਾਅਦ 'ਚ ਸ਼ਹਿਰ ਆ ਜਾਂਦਾ, ਸ਼ਹਿਰ ਤੋਂ ਬਾਅਦ 'ਚ ਆਪਾਂ ਕਹਿ ਦਈਏ ਵੀ ਜ਼ਿਲ੍ਹਾ ਆ ਜਾਂਦਾ, ਫਿਰ ਇੱਕ ਸੂਬਾ ਆ ਜਾਂਦਾ, ਫਿਰ ਇੱਕ ਦੇਸ਼ ਆ ਜਾਂਦਾ। ਠੀਕ ਹੈ, ਦੇਸ਼ ਤੋਂ ਬਾਅਦ 'ਚ ਪੂਰੀ ਦੁਨੀਆ ਆ ਜਾਂਦੀ ਹੈ, ਤੇ ਆਪਾਂ ਪੂਰੀ ਦੁਨੀਆ 'ਚ ਰਹਿਣ ਵਾਲੇ ਆ। ਹਾਂਜੀ ਹਾਂਜੀ ਹਾਂਜੀ, ਵੈਸੇ ਅੱਲਾਹ ਨੇ ਬਣਾਈ ਹੈ ਚੀਜ਼, ਸਭ ਨੂੰ ਪਿਆਰ ਕਰੋ। ਬਿਲਕੁਲ, ਬਹੁਤ ਸੋਹਣੀ ਗੱਲ ਕੀਤੀ ਜੀ। ਵੈਸੇ ਵੀ हजरत मोहम्मद अरबी सल्लल्लाहु अलैहि वसल्लम ने फरमाया, पूरी मखलूक अल्लाह का कुनबा है, पूरी मखलूक अल्लाह का कुनबा है। आर्टिस्ट वैसे भी श्रद्धा तो बाहर होते नहीं, आर्टिस्ट हो गया, खिलाड़ी हो गया। मैंने तो अपना गल करके बड़ा अच्छा लगा जी। एक बहुत खूबसूरत तुसी इंसान हो, आर्टिस्ट होने के नाल नाल ते तुसी बहुत जल्दी देखना, बहुत बड़ी जल्दी बुलंदियां ते पहुंच जाओगे, क्यों जे तुसी दिलों साफ जे, तुसी हर एक लिए सोहना सोचते जी, हर एक लिए साफ सुथरा सोचते जी, अपनी बरादरी लिए सोहना सोचते जी। ते इस उम्र दे विच लोग ਮੈਂ ਇਮਾਮੇ ਹੁਸੈਨ ਦੇ, ਮੈਂ ਕਹਿ ਸਕਦਾ ਵੀ ਮੈਂ ਉਹਨਾਂ ਦੇ ਚਰਨਾਂ ਦਾ ਮਰੀਦ ਹਾਂ। ਅੱਲਾਹ, ਵਾਹ ਵਾਹ, ਕੀ ਬਾਤ ਹੈ ਜੀ। ਤੁਹਾਨੂੰ ਰੱਬ ਮੈਂ ਪਿਆਲਾ ਪੀਤਾ ਹੈ, ਜਦ ਤੁਹਾਨੂੰ ਜ਼ਿੰਦਗੀ ਮੈਂ ਪਿਆਲਾ ਪੀਤਾ ਤੰਦਰੁਸਤੀ ਦੇ, ਤੇ ਤੁਹਾਡੀ ਮੁਹੱਬਤ ਪੰਜਤਨ ਪਾਕ ਦੇ ਨਾਲ ਸਲਾਮਤ ਰਹੇ ਹਮੇਸ਼ਾ। ਮੌਲਾ ਅਲੀ ਮੁਸ਼ਕਿਲ ਕੁਸ਼ਾਦ ਨਾਲ, ਹਜ਼ਰਤ ਇਮਾਮ ਹੁਸੈਨ ਪਾਕ ਨਾਲ, ਇਮਾਮ ਹਸਨ ਪਾਕ ਨਾਲ ਤੁਹਾਡੀ ਮੁਹੱਬਤ ਸਲਾਮਤ ਰਹੇ, ਕਿਉਂਕਿ ਪੰਜਤਨ ਪਾਕ ਦੇ ਘਰਾਣੇ ਨਾਲ ਜਿਹੜਾ ਲੱਗ ਜਾਂਦਾ ਨਾ ਜੀ, ਰੱਬ ਸਾਫ ਕਰਦਾ ਹੈ ਜੀ, ਉਹ ਉਤਰ ਜਾਂਦਾ ਹੈ, ਬੁਲੰਦੀਆਂ ਤੇ ਪਹੁੰਚ ਜਾਂਦਾ। ਮੇਰੇ ਪੀਰੋ ਮੁਰਸ਼ਿਦਾ ਬਾਬਾ ਨਸੀਬ ਅਲੀ ਸ਼ਾਹ, ਮਾਸ਼ਾਅੱਲਾ, ਵਾਹ ਵਾਹ ਵਾਹ, ਕਿਆ ਜੀ ਬਾਸ, ਵਾਹ ਵਾਹ, ਬਹੁਤ ਸੋਹਣਾ ਜੀ, ਬਹੁਤ ਅੱਛਾ ਲੱਗਾ ਜੀ। ਅੱਜ ਸਾਡੇ ਨਾਲ ਮੌਜੂਦ ਸਨ ਨਵੇਂ ਬਹੁਤ ਹੀ ਖੂਬਸੂਰਤ ਢੰਗ ਦੇ ਇੱਕ ਆਰਟਿਸਟ, ਜਿਨ੍ਹਾਂ ਨੇ ਆਪਣੇ ਨਾਨੇ ਜੀ ਕੁਲਦੀਪ ਮਾਨਕ ਜੀ ਦਾ ਵਿਰਸਾ ਸੰਭਾਲਿਆ। ਉਹਨਾਂ ਨੇ ਉਹਨਾਂ ਦੀ ਜਿਹੜੀ ਗਾਇਕੀ ਦਾ ਫਨ ਸੀ ਉਹਨੂੰ ਲਿਆ, ਉਹਨੂੰ ਸੰਭਾਲਿਆ। ਅਸੀਂ ਬੜੀ ਖੁਸ਼ੀ ਮਹਿਸੂਸ ਕੀਤੀ ਗੱਲ ਕਰਕੇ ਤੁਹਾਡੇ ਨਾਲ। ਅਸੀਂ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਸਾਡੀ ਟੀਮ ਤੁਹਾਡਾ ਸ਼ੁਕਰੀਆ ਅਦਾ ਕਰਦੀ ਹੈ, ਸਾਡੇ ਲਈ ਟਾਈਮ ਕੱਢਿਆ, ਸਾਡੇ ਨਾਲ ਤੁਸੀਂ ਗੱਲਬਾਤ ਕੀਤੀ, ਤੁਸੀਂ ਵੀਡੀਓ ਲਿੰਕ ਸਾਡੇ ਨਾਲ ਜੁੜੇ। ਮੈਂ PhD ਪੰਜਾਬੀ ਦੇਖਣ ਵਾਲਿਆਂ ਤੋਂ ਇਜਾਜ਼ਤ ਚਾਹਾਂਗਾ। ਰੱਬ ਨੇ ਚਾਹਿਆ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਜੀਨੀਅਸ ਪੰਜਾਬੀ ਨੂੰ ਲੈ ਕੇ ਤੁਹਾਡੇ ਖਿਦਮਤ ਵਿੱਚ ਹਾਜ਼ਰ ਹੋਵਾਂਗੇ। ਰੱਬ ਰਾਖਾ।